Good morning, dear students. Today we learn chapter number 5 Separation of Substances. First define is components of mixture. Components ਕੀ ਹੁੰਦੇ ਨੇ ਤੱਤ mixture ਮਿਸ਼ਰਣ. While our mother making tea in the kitchen, she adds tea leaves, sugar and milk in the water. ਤਾਂ ਟੀ ਲੀਵਸ ਚਾਹ ਪੱਤੀ ਦੁੱਧ ਔਰ ਚੀਨੀ ਇਹ ਤਿੰਨੋਂ ਕੀ ਹੋ ਗਏ ਤੱਤ ਹੋ ਗਏ। ਤਾਂ ਮਿਕਸਚਰ ਦੇ ਜਿਹੜੇ ਪਾਰਟਸ ਹੁੰਦੇ ਨੇ ਉਹਨਾਂ ਨੂੰ ਅਸੀਂ ਕੰਪੋਨੈਂਟਸ ਬੋਲ ਦਿੰਦੇ ਹਾਂ, ਤੱਤ ਬੋਲ ਦਿੰਦੇ ਹਾਂ। ਤਾਂ ਜਦੋਂ ਇਹ ਬੇਟੇ ਆਪਸ ਦੇ ਵਿੱਚ ਐਡ ਹੋ ਜਾਂਦੇ ਨੇ ਤਾਂ ਮਿਕਸਚਰ ਬਣ ਜਾਂਦਾ। ਫੋਰ ਐਗਜ਼ਾਮਪਲ ਸ਼ੂਗਰ ਐਂਡ ਵਾਟਰ, salt and water, rice and stones, sand and pebbles, hand wash liquid and water, milk and water, glycerine and water। ਤਾਂ ਬਹੁਤ ਸਾਰੇ ਮਿਕਸਚਰ ਨੇ ਆਪਣੇ ਕੋਲ ਬਣ ਸਕਦੇ ਨੇ। ਸੋ ਕੰਪੋਨੈਂਟਸ ਕੀ ਹੁੰਦਾ ਮਿਸ਼ਰਣ, ਜਿਹੜਾ ਮਿਕਸਚਰ ਹੈ ਉਸਦੇ ਪਾਰਟਸ, ਉਸਦੇ ਤੱਤ। The different substances present in a mixture are called as components of a mixture. Second define is loading. Fine particles get loaded and settle down faster after mixing alum in muddy water. This is called loading. ਹੁੰਦਾ ਕੀ ਹੈ ਬੇਟੇ, ਜਦੋਂ ਅਸੀਂ ਮੱਡੀ ਵਾਟਰ ਜਿਹੜਾ ਹੈ, ਜਦੋਂ ਪਾਣੀ ਦੇ ਵਿੱਚ ਸੈਂਡ ਮਿਕਸ ਹੁੰਦਾ ਹੈ ਤਾਂ ਆਫਟਰ ਸਮ ਟਾਈਮ ਬਹੁਤ ਸਾਰੇ ਜਿਹੜੇ ਪਾਰਟੀਕਲ ਸੈਂਡ ਪਾਰਟੀਕਲਸ ਨੇ ਉਹ ਸੈਟਲ ਹੋ ਜਾਂਦੇ ਨੇ ਅਤੇ ਸੈਟਲ ਡਾਊਨ ਐਟ ਦਾ ਬਾਟਮ ਆਫ ਦਾ ਸਰਫੇਸ ਆਫ ਕੰਟੇਨਰ। ਤਾਂ ਜਿਸ ਕੰਟੇਨਰ ਦੇ ਵਿੱਚ ਅਸੀਂ ਵਾਟਰ ਪਾਇਆ ਉਸ ਦੇ ਵਿੱਚ ਸਾਰਾ ਸੈਂਡ ਜਿਹੜਾ ਹੈ ਉਹ ਨੀਚੇ ਬੈਠ ਜਾਂਦਾ, ਨੀਚੇ ਸੈੱਟ ਹੋ ਜਾਂਦਾ। ਬਟ ਕੁਛ ਪਾਰਟੀਕਲਸ ਜਿਹੜੇ ਹੈਗੇ ਨੇ ਉਹ ਸਟਿਲ ਸਸਪੈਂਡਡ ਇਨ ਦਾ ਵਾਟਰ। ਤਾਂ ਕੁਛ ਜਿਹੜੇ ਪਾਰਟੀਕਲਸ ਨੇ ਉਹ ਪਾਣੀ ਦੇ ਵਿੱਚ ਅਜੇ ਵੀ ਨੀਚੇ ਨਹੀਂ ਬੈਠਦੇ, ਉਹ ਲਟਕਦੇ ਰਹਿੰਦੇ ਨੇ ਪਾਣੀ ਦੇ ਵਿੱਚ। ਤਾਂ ਉਹਨਾਂ ਨੂੰ ਹੈਵੀ ਕਰਨ ਦੇ ਲਈ ਅਸੀਂ ਅਲਮ ਮਿਕਸ ਕਰਦੇ ਹਾਂ। ਅਲਮ ਕੀ ਹੁੰਦਾ, ਫਟਕੜੀ ਪਾਣੀ ਦੇ ਵਿੱਚ ਫਟਕੜੀ ਨੂੰ ਮਿਲਾਉਂਦੇ ਹਾਂ। ਤਾਂ ਫਟਕੜੀ ਕੀ ਕਰਦੀ ਆ, ਉਹ ਪਾਰਟੀਕਲਸ ਨੂੰ ਹੈਵੀ ਕਰ ਦਿੰਦੀ ਆ, ਜਿਸ ਕਰਕੇ ਉਹ ਪਾਰਟੀਕਲ ਵੀ ਨੀਚੇ ਜਾ ਕੇ ਪਾਣੀ ਦੇ ਵਿੱਚ ਸੈੱਟ ਹੋ ਜਾਂਦੇ ਨੇ। ਸੋ ਫਾਈਨ particles get loaded and settle down after mixing alum in the muddy water. This is called loading. So this process is called loading. Now let's learn short question answer. First question is describe the process of loading. ਇਹ ਪਹਿਲਾਂ ਹੀ ਆਪਾਂ ਬੇਟੇ ਡਿਸਕਸ ਕਰ ਚੁੱਕੇ ਹਾਂ ਕਿ ਜਦੋਂ ਅਲਮ ਫਟਕੜੀ ਪਾਣੀ ਦੇ ਵਿੱਚ ਮਿਕਸ ਹੁੰਦੀ ਆ ਤਾਂ ਜਿਹੜੇ ਸੈਂਡ ਪਾਰਟੀਕਲਸ ਨੀਚੇ ਨਹੀਂ ਬੈਠੇ ਹੁੰਦੇ, ਨੀਚੇ ਨਹੀਂ ਸੈੱਟ ਹੋਏ ਹੁੰਦੇ, ਉਹ ਵੀ ਹੈਵੀ ਹੋ ਕੇ ਨੀਚੇ ਸੈੱਟ ਹੋ ਜਾਂਦੇ ਨੇ। ਯੂ ਕੈਨ ਸੀ ਇਨ ਦਾ ਡਾਇਗਰਾਮ muddy, we have taken muddy water, then we suspended alum in the water. Alum dissolves in the water and fine particles settle down. Second question, how much solid solute can be dissolved in certain fixed quantity of a solvent? ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਸੋਲਿਊਟ ਔਰ ਸੋਲਵੈਂਟ ਹੁੰਦਾ ਕੀ ਹੈ। ਸੋਲਿਊਟ ਕੀ ਹੁੰਦਾ ਬੇਟੇ, ਕੋਈ ਵੀ ਚੀਜ਼ ਜਿਹੜੀ ਪਾਣੀ ਦੇ ਵਿੱਚ ਜਾਂ ਕਿਸੇ ਲਿਕੁਇਡ ਦੇ ਵਿੱਚ ਮਿਕਸ ਹੁੰਦੀ ਹੈ, ਸੋਲਿਡ ਹੁੰਦੀ ਆ, ਬਟ ਪਾਣੀ ਜਾਂ ਕਿਸੇ ਲਿਕੁਇਡ ਦੇ ਵਿੱਚ ਮਿਕਸ ਹੋ ਜਾਂਦੀ ਹੈ, ਉਸਨੂੰ ਸੋਲਿਊਟ ਕਹਿੰਦੇ ਨੇ। ਫੋਰ ਐਗਜ਼ਾਮਪਲ ਸ਼ੂਗਰ
ਸ਼ੂਗਰ ਨੂੰ ਜਦੋਂ ਅਸੀਂ ਵਾਟਰ ਦੇ ਵਿੱਚ ਮਿਕਸ ਕਰਦੇ ਹਾਂ ਤਾਂ ਸ਼ੂਗਰ ਕੀ ਹੈ, ਸੋਲਿਊਟ ਹੈ, ਸੋਲਿਡ ਹੈ, ਤਾਂ ਇਹ ਸੋਲਿਊਟ ਹੈ। ਔਰ ਵਾਟਰ ਕੀ ਹੈ, ਵਾਟਰ ਸੋਲਵੈਂਟ ਹੈ। ਉਹ ਲਿਕੁਇਡ ਜਿਸ ਦੇ ਵਿੱਚ ਸੋਲਿਊਟ ਨੂੰ ਮਿਕਸ ਕੀਤਾ ਜਾਂਦਾ ਹੈ, ਉਹ ਲਿਕੁਇਡਸ ਨੂੰ ਅਸੀਂ ਸੋਲਵੈਂਟ ਬੋਲਦੇ ਹਾਂ। ਔਰ ਜਿਹੜੇ ਸੋਲਿਡ ਚੀਜ਼ ਨੂੰ ਅਸੀਂ ਸੋਲਵੈਂਟ ਦੇ ਵਿੱਚ, ਲਿਕੁਇਡ ਦੇ ਵਿੱਚ ਮਿਕਸ ਕਰਦੇ ਹਾਂ, ਉਸ ਨੂੰ ਸੋਲਿਊਟ ਬੋਲਦੇ ਨੇ। ਤਾਂ ਸ਼ੂਗਰ ਕੀ ਹੈ, ਸੋਲਿਊਟ, ਔਰ ਵਾਟਰ ਕੀ ਹੈ, ਸੋਲਵੈਂਟ। ਕੁਐਸਚਨ ਇਜ਼ ਹਾਊ ਮੱਚ ਸੋਲਿਡ ਸੋਲਿਊਟ ਕੈਨ ਬੀ ਡਿਜ਼ੋਲਵਡ ਇਨ ਸਰਟਨ ਫਿਕਸਡ ਕੁਆਂਟਿਟੀ ਆਫ ਅ ਸੋਲਵੈਂਟ। ਕਿੰਨਾ ਸੋਲਿਊਟ ਅਸੀਂ ਕਿਸੇ ਇੱਕ ਫਿਕਸ ਸੋਲਵੈਂਟ ਦੇ ਵਿੱਚ, ਕਿਸੇ ਇੱਕ ਫਿਕਸ ਲਿਕੁਇਡ ਦੀ ਮਾਤਰਾ ਦੇ ਵਿੱਚ ਅਸੀਂ ਸੋਲਿਊਟ ਨੂੰ ਮਿਕਸ ਕਰ ਸਕਦੇ ਹਾਂ, ਕਿੰਨੀ ਕੁਆਂਟਿਟੀ ਅਸੀਂ ਮਿਕਸ ਕਰ ਸਕਦੇ ਹਾਂ। ਤਾਂ ਆਂਸਰ ਇਜ਼ ਦ ਲਿਮਿਟਡ ਅਮਾਊਂਟ ਆਫ ਸੋਲਿਡ ਸੋਲਿਊਟ ਕੈਨ ਬੀ ਮਿਕਸਡ ਇਨ ਅ ਸਰਟਨ ਫਿਕਸਡ ਕੁਆਂਟਿਟੀ ਆਫ ਅ ਸੋਲਵੈਂਟ। ਅਸੀਂ ਕੋਈ ਇੱਕ ਲਿਮਿਟ ਤੱਕ ਹੀ ਕਿਸੇ ਸੋਲਿਊਟ ਨੂੰ ਕਿਸੇ ਲਿਕੁਇਡ ਦੇ ਵਿੱਚ ਮਿਕਸ ਕਰ ਸਕਦੇ, ਕਿਸੇ ਸੋਲਵੈਂਟ ਦੇ ਵਿੱਚ ਮਿਕਸ ਕਰ ਸਕਦੇ ਹਾਂ। ਇਹ ਨਹੀਂ ਪੋਸੀਬਲ ਹੋ ਸਕਦਾ ਬੇਟੇ। ਦੇਖੋ, ਜਿਸ ਤਰ੍ਹਾਂ ਅਸੀਂ ਇੱਕ ਪਾਣੀ ਦੇ ਗਲਾਸ ਵਿੱਚ ਅਸੀਂ ਇੱਕ ਪੂਰੀ ਖੰਡ ਦੀ ਬੋਰੀ ਜਿਹੜੀ ਹੈਗੀ ਆ ਉਹ ਅਸੀਂ ਮਿਕਸ ਕਰ ਦਈਏ, ਇਟ ਇਜ਼ ਨਾਟ ਪੋਸੀਬਲ। ਤਾਂ ਅਸੀਂ ਕੁਛ ਹੀ ਸਪੂਨਸ ਜਾਂ ਕੁਛ ਬਾਉਲਸ, ਇੱਕ ਬਾਉਲ ਨੂੰ ਅਸੀਂ ਇੱਕ ਗਲਾਸ ਦੇ ਵਿੱਚ ਮਿਕਸ ਕਰ ਸਕਦੇ ਹਾਂ, ਕੁਛ ਹੀ ਕੁਆਂਟਿਟੀ ਜਿਹੜੀ ਮਿਕਸ ਕਰ ਸਕਦੇ ਹਾਂ ਪਾਣੀ ਦੇ ਵਿੱਚ ਇੱਕ ਗਲਾਸ ਵਿੱਚ। ਬਟ ਇਹ ਨਹੀਂ ਹੋ ਸਕਦਾ ਕਿ ਅਸੀਂ ਪੂਰੀ 100 ਕਿਲੋ ਖੰਡ ਜਿਹੜੀ ਹੈਗੀ ਆ ਲੈ ਲਈਏ ਅਤੇ ਇੱਕ ਗਲਾਸ ਦੇ ਵਿੱਚ ਮਿਕਸ ਹੋ ਜਾਏਗੀ। ਠੀਕ ਹੈ, ਕੁਛ ਲਿਮਿਟ ਤੋਂ ਬਾਅਦ ਜਿਹੜਾ ਹੈਗਾ ਸੋਲਿਊਸ਼ਨ ਸੈਚੂਰੇਟਡ ਹੋ ਜਾਏਗਾ, ਗਾੜਾ ਹੋ ਜਾਏਗਾ, ਔਰ ਜਿਹੜੀ ਹੈਗੀ ਆ ਸ਼ੂਗਰ ਮਿਕਸ ਹੋਣੀ ਬੰਦ ਹੋ ਜਾਏਗੀ। ਸੋ ਆਂਸਰ ਇਜ਼ ਦ ਲਿਮਿਟਡ ਅਮਾਊਂਟ ਆਫ ਸੋਲਿਡ ਸੋਲਿਊਟ ਕੈਨ ਬੀ ਮਿਕਸਡ ਇਨ ਅ ਸਰਟਨ ਫਿਕਸਡ ਕੁਆਂਟਿਟੀ ਆਫ ਸੋਲਵੈਂਟ। ਤਾਂ ਅਸੀਂ ਕਿਸੇ ਲਿਮਿਟ, ਕਿਸੇ ਹੱਦ ਤੱਕ ਹੀ ਸੋਲਿਊਟ ਨੂੰ ਕਿਸੇ ਸੋਲਵੈਂਟ ਦੇ ਵਿੱਚ, ਕਿਸੇ ਫਿਕਸ ਕੁਆਂਟਿਟੀ ਆਫ ਸੋਲਵੈਂਟ ਦੇ ਵਿੱਚ ਮਿਕਸ ਕਰ ਸਕਦੇ ਹਾਂ। ਇਟ ਇਜ਼ ਐਕਸਪਲੇਨਡ ਬਾਈ ਸੋਲੇਬਿਲਿਟੀ। ਇਸ ਆਂਸਰ ਨੂੰ ਸੋਲੇਬਿਲਿਟੀ ਵੀ ਐਕਸਪਲੇਨ ਕਰਦੀ ਹੈ। ਸੋਲੇਬਿਲਿਟੀ ਦੀ ਡੈਫੀਨੇਸ਼ਨ ਕੀ ਹੈ ਬੇਟੇ? The maximum mass of a solute that can be mixed in 100 gram of solvent at fixed temperature is called its solubility. Solubility ਕੀ ਹੁੰਦੀ ਹੈ ਬੇਟੇ? ਤਾਂ ਕਿਸੇ ਸੋਲਿਊਟ ਦੀ ਵੱਧ ਤੋਂ ਵੱਧ ਮਾਤਰਾ ਅਸੀਂ 100 ਗ੍ਰਾਮ ਲਿਕੁਇਡ ਦੇ ਵਿੱਚ ਮਿਕਸ ਕਰ ਸਕਦੇ ਹਾਂ, ਤਾਂ ਉਹ ਉਹਦੀ ਸੋਲਿਬਿਲਿਟੀ ਹੁੰਦੀ ਹੈ। ਠੀਕ ਹੈ। ਕੁਐਸਚਨ ਨੰਬਰ 3, ਨੇਮ ਦਾ ਮੈਥਡਸ employed during the purification of impure sample of common salt। ਕਿਸੇ ਅਸੀਂ ਸਾਲਟ ਨੂੰ ਸ਼ੁੱਧ ਕਰਨਾ, ਉਹਦੇ ਕੀ ਮੈਥਡ ਹੋਣਗੇ, ਉਹਦੇ ਕੀ ਸਟੈਪਸ ਹੋਣਗੇ। ਫਸਟ ਪੁਆਇੰਟ ਇਜ਼ ਇੰਪਿਓਰ ਸਾਲਟ ਇਜ਼ ਮਿਕਸਡ ਇਨ ਵਾਟਰ। ਸਭ ਤੋਂ ਪਹਿਲਾਂ ਅਸੀਂ ਜਿਹੜਾ ਅਸ਼ੁੱਧ ਸਾਲਟ ਹੈ, ਜਿਹੜਾ ਇੰਪਿਓਰ ਸਾਲਟ ਹੈ, ਉਸਨੂੰ ਅਸੀਂ ਵਾਟਰ ਦੇ ਵਿੱਚ ਮਿਕਸ ਕਰ ਦਾਂਗੇ, ਜਿਸ ਨਾਲ ਜਿਹੜਾ ਸਾਲਟ ਹੈ ਉਹ ਪਾਣੀ ਦੇ ਵਿੱਚ ਪੂਰੀ ਤਰ੍ਹਾਂ ਮਿਕਸ ਹੋ ਜਾਏਗਾ। ਬਟ ਜਿਹੜੀਆਂ ਇੰਪਿਓਰਿਟੀਜ਼ ਨੇ, ਜਿਹੜੀ ਸਾਲਟ ਦੇ ਵਿੱਚ ਗੰਦਗੀ ਹੈ, ਉਹ ਪਾਣੀ ਦੇ ਵਿੱਚ ਮਿਕਸ ਨਹੀਂ ਹੋਏਗੀ, ਸਾਲਟ ਮਿਕਸ ਹੋ ਜਾਏਗਾ। ਸੈਕਿੰਡ ਪੁਆਇੰਟ, ਫਿਲਟਰੇਸ਼ਨ ਇਜ਼ ਡਨ। ਫਿਰ ਉਸ ਤੋਂ ਬਾਅਦ ਅਸੀਂ ਫਿਲਟਰ ਕਰ ਲਾਂਗੇ ਉਸ ਵਾਟਰ ਨੂੰ ਫਿਲਟਰ ਪੇਪਰ ਦੇ ਵਿੱਚ। we have done it in the science lab also, you have seen, we have done it। ਸੋ ਉਸੀ ਤਰ੍ਹਾਂ ਅਸੀਂ ਜਿਹੜਾ ਸਾਲਟ ਹੈ, ਸੋਲਿਊਸ਼ਨ ਹੈ, ਇਸ ਨੂੰ ਫਿਲਟਰ ਪੇਪਰ ਦੇ ਵਿੱਚੋਂ ਪਾਸ ਕਰਾਂਗੇ, ਤਾਂ ਜਿਹੜੀਆਂ ਇੰਪਿਓਰਿਟੀਜ਼ ਨੇ ਉਹ ਫਿਲਟਰ ਪੇਪਰ ਦੇ ਵਿੱਚ ਰਹਿ ਜਾਣਗੀਆਂ। ਥੀਸ ਵਿਲ ਨਾਟ ਪਾਸ ਥਰੂ ਦਾ ਫਿਲਟਰ ਪੇਪਰ, ਓਨਲੀ ਸਾਲਟ ਸੋਲਿਊਸ਼ਨ ਵਿਲ ਪਾਸ ਥਰੂ ਦਾ ਫਿਲਟਰ ਪੇਪਰ। ਤਾਂ ਰੈਜ਼ੀਡਿਊ ਜਿਹੜੀਆਂ ਇੰਪਿਓਰਿਟੀਜ਼ ਨੇ ਉਹ ਫਿਲਟਰ ਪੇਪਰ ਦੇ ਵਿੱਚ ਰਹਿ ਜਾਣਗੀਆਂ, ਦੈਟ ਇਜ਼ ਕਾਲਡ ਰੈਜ਼ੀਡਿਊ। ਥਰਡ ਸਟੈਪ ਕੀ ਹੋਏਗਾ ਬੇਟੇ? ਜਿਹੜਾ ਸਾਲਟ ਸੋਲਿਊਸ਼ਨ ਸਾਨੂੰ ਮਿਲ ਗਿਆ ਹੋਇਆ, ਉਸ ਨੂੰ ਅਸੀਂ ਇਵੈਪੋਰੇਟ ਕਰ ਲਾਂਗੇ। ਇਵੈਪੋਰੇਸ਼ਨ ਇਜ਼ ਡਨ, ਆਲ ਦਾ ਵਾਟਰ ਵਿਲ ਇਵੈਪੋਰੇਟ ਐਂਡ ਦਾ ਪਿਓਰ ਸਾਲਟ ਵਿਲ ਬੀ ਅਬਟੇਨਡ। ਤਾਂ ਪਾਣੀ ਜਿਹੜਾ ਹੈਗਾ ਇਵੈਪੋਰੇਟ ਕਰਕੇ ਉਹ ਸਾਰਾ ਹੀਟ ਹੋ ਕੇ ਖ਼ਤਮ ਹੋ ਜਾਏਗਾ, ਇਵੈਪੋਰੇਟ ਹੋ ਜਾਏਗਾ, ਔਰ ਸਾਲਟ ਸਾਨੂੰ ਮਿਲ ਜਾਏਗਾ। ਇਸ ਤਰ੍ਹਾਂ ਵੀ ਕੈਨ
In this way we can obtain pure salt. Question number 4. Why do fish is shallow pond die in summer season? ਤਾਂ ਬੇਟੇ ਸ਼ੈਲੋ ਪੌਂਡ ਕੀ ਹੁੰਦਾ ਹੈ, ਜਿੱਥੇ ਜਿਹੜੀ ਜਗ੍ਹਾ ਦੇ ਉੱਤੇ ਜਿਹੜੇ ਪੌਂਡ ਦੇ ਵਿੱਚ ਪਾਣੀ ਬਹੁਤ ਘੱਟ ਹੋਵੇ, ਮੀਨਸ ਦਾ ਸਰਫੇਸ ਜਿਹੜਾ ਹੈਗਾ ਤਲ ਦਿਖਾਈ ਦੇਵੇ ਪੌਂਡ ਦਾ, ਬਹੁਤ ਘੱਟ ਪਾਣੀ ਹੋਵੇ, ਉਸ ਨੂੰ ਸ਼ੈਲੋ ਪੌਂਡ ਅਸੀਂ ਕਹਿੰਦੇ ਹਾਂ। ਉਸ ਦੇ ਵਿੱਚ ਗਰਮੀ ਦੇ ਵਿੱਚ ਜਿਹੜੀਆਂ ਹੈਗੀਆਂ ਨੇ ਫਿਸ਼ਿਸ ਮਰ ਜਾਂਦੀਆਂ ਨੇ। ਕਿਉਂ ਮਰਦੀਆਂ ਨੇ, ਇਹ ਆਨਸਰ ਦੇਣਾ ਸੀ। ਡਿਊਰਿੰਗ ਸਮਰ ਵਾਟਰ ਗੈਟਸ hot and oxygen decreased in the water, that is why fish die during summer in the shallow pond। ਤਾਂ ਗਰਮੀਆਂ ਦੇ ਵਿੱਚ ਪਾਣੀ ਬਹੁਤ ਗਰਮ ਹੋ ਜਾਂਦਾ, ਜਿਸ ਕਰਕੇ ਜਿਹੜੀ ਆਕਸੀਜਨ ਹੈ ਉਹ ਡਿਕਰੀਜ਼ ਹੋ ਜਾਂਦੀ ਹੈ, ਘਟ ਜਾਂਦੀ ਹੈ ਪਾਣੀ ਦੇ ਵਿੱਚ, ਜਿਸ ਕਰਕੇ ਜਿਹੜੀਆਂ ਫਿਸ਼ਿਸ ਨੇ ਦੇ ਆਰ ਨਾਟ ਅਨੇਬਲ ਟੂ ਟੇਕ ਬਰੀਥ ਇਨ ਦੈਟ ਵਾਟਰ, ਸੋ they die during summer season in the shallow pond. Fifth question is, what is meant by aqueous solutions? Aqueous solutions ਜਿਹੜੇ ਹੈਗੇ ਨੇ ਉਹ ਕੀ ਹੁੰਦੇ ਨੇ? How does the solubility of solid change with a rise in temperature? Second question ਹੈ ਕਿ ਜਦੋਂ ਅਸੀਂ ਕਿਸੇ ਲਿਕੁਇਡ ਦਾ ਟੈਂਪਰੇਚਰ ਵਧਾਉਂਦੇ ਹਾਂ, ਮੰਨ ਲਓ ਪਾਣੀ ਗਰਮ ਕਰਦੇ ਹਾਂ, ਤਾਂ ਜਿਹੜੀ ਸੋਲੇਬਿਲਿਟੀ ਹੈ ਮਿਕਸ ਕਿਸੇ ਸੋਲਿਊਟ ਨੂੰ ਮਿਕਸ ਕਰਨ ਦੀ ਜਿਹੜੀ ਸੋਲੇਬਿਲਿਟੀ ਹੈ ਉਹ ਇਨਕਰੀਜ਼ ਹੋ ਜਾਂਦੀ ਹੈ। ਫਸਟ ਪੁਆਇੰਟ ਇਜ਼ ਸੋਲਿਊਸ਼ਨ ਆਫ ਐਨੀ ਸਬਸਟੈਂਸ ਇਨ ਵਾਟਰ। ਜਿਹੜੇ ਮਿਕਸਚਰ ਪਾਣੀ ਦੇ ਵਿੱਚ ਬਣਦੇ ਨੇ, ਜਿਹੜੇ ਸੋਲਿਊਸ਼ਨ ਅਸੀਂ ਕੋਈ ਵੀ ਚੀਜ਼ ਜਿਹੜੀ ਪਾਣੀ ਦੇ ਵਿੱਚ ਐਡ ਕਰਕੇ ਮਿਕਸਚਰ ਬਣਾਉਂਦੇ ਹਾਂ ਜਿਹੜੇ, ਉਹ ਸਾਰੇ ਐਕੁਇਸ ਸੋਲਿਊਸ਼ਨਸ ਹੁੰਦੇ ਨੇ। ਫੋਰ ਐਗਜ਼ਾਮਪਲ ਸ਼ੂਗਰ ਐਂਡ ਵਾਟਰ, ਸਾਲਟ ਐਂਡ ਵਾਟਰ। ਸੈਕਿੰਡ ਕੁਐਸਚਨ ਇਹਨਾਂ ਦਾ ਇਹ ਸੀ ਕਿ ਟੈਂਪਰੇਚਰ ਰਾਈਜ਼ ਕਰਨ ਦੇ ਨਾਲ ਸੋਲਿਬਿਲਿਟੀ ਜਿਹੜੀ ਹੈਗੀ ਆ ਉਹ ਕਿਸੇ ਸੋਲਿਡ ਦੀ ਉਹ ਕਿਉਂ ਕੀ ਹੁੰਦਾ ਹੈ? ਹਾਊ ਡਜ਼ ਦਾ ਸੋਲਿਬਿਲਿਟੀ ਆਫ ਸੋਲਿਡ ਚੇਂਜ ਹੋ ਜਾਂਦੀ ਹੈ, ਉਹਦੀ ਸੋਲਿਬਿਲਿਟੀ ਉਹ ਕਿਉਂ ਹੁੰਦੀ ਹੈ, ਕੀ ਹੁੰਦਾ ਹੈ? Solubility of solid increases with a rise in temperature। ਤਾਂ ਬੇਟੇ ਹੁੰਦਾ ਕੀ ਹੈ, ਜਦੋਂ ਅਸੀਂ ਕਿਸੇ solubility of solid increases with a rise in temperature, ਮੰਨ ਲਓ ਅਸੀਂ ਪਾਣੀ ਨੂੰ ਗਰਮ ਕਰੀ ਜਾਈਏ ਔਰ ਸ਼ੂਗਰ ਨੂੰ ਮਿਕਸ ਕਰੀ ਜਾਈਏ, ਤਾਂ ਜ਼ਿਆਦਾ ਸ਼ੂਗਰ ਜਿਹੜੀ ਹੈਗੀ ਆ ਪਾਣੀ ਦੇ ਵਿੱਚ ਮਿਕਸ ਹੋਏਗੀ, ਤਾਂ ਟੈਂਪਰੇਚਰ ਰਾਈਜ਼ ਹੋਣ ਦੇ ਨਾਲ ਜਿਹੜੀ ਸੋਲਿਊਟ ਦੀ ਸੋਲਿਬਿਲਿਟੀ ਆ, ਮਿਕਸ ਹੋਣ ਦੀ ਜਿਹੜੀ ਸਮਰੱਥਾ ਹੈ ਉਹਦੀ ਵੱਧ ਜਾਂਦੀ ਹੈ, ਇਨਕਰੀਜ਼ ਹੋ ਜਾਂਦੀ ਹੈ। ਸੋ ਲੈਟਸ ਲਰਨ long question answers now. Let's learn. First question is, define heterogeneous and homogeneous mixture। heterogeneous and homogeneous mixture ਕੀ ਹੁੰਦੇ ਨੇ? give one example। ਇੱਕ example ਵੀ ਦੇਣੀ ਹੈ। first of all, heterogeneous mixture ਕੀ ਹੁੰਦੇ ਨੇ ਬੇਟੇ? mixture in which particles of the substances can be seen are called heterogeneous mixture। ਕਿਸੇ ਮਿਕਸਚਰ ਦੇ ਵਿੱਚ ਜਿਸ ਦੇ ਪਾਰਟਸ ਜਿਹੜੇ ਪਾਰਟੀਕਲਸ ਨੇ ਉਹ ਸਾਨੂੰ ਦਿਖਾਈ ਦੇਣ। ਫੋਰ ਐਗਜ਼ਾਮਪਲ ਰਾਈਸ ਐਂਡ ਪੈਬਲਸ। ਚੌਲਾਂ ਦੇ ਵਿੱਚ ਸਾਨੂੰ ਛੋਟੇ ਛੋਟੇ ਕੰਕਰ ਦਿਖਾਈ ਦਿੰਦੇ ਨੇ, ਛੋਟੇ ਛੋਟੇ ਸਟੋਨ ਦਿਖਾਈ ਦਿੰਦੇ ਨੇ, ਤਾਂ ਇਹ ਕਿਹੜਾ ਮਿਕਸਚਰ ਹੋ ਗਿਆ? heterogeneous ਮਿਕਸਚਰ ਹੋ ਗਿਆ। ਫੋਰ ਐਗਜ਼ਾਮਪਲ oil and water। oil, we can see oil also float on the water when we mix oil in the water, because oil is lighter than water, so it will not mix in water, it will float on the water, we can see it। or chalk powder in water, this is also heterogeneous mixture, we can see chalk in the water। next, homogeneous mixture ਕੀ ਹੁੰਦੇ ਨੇ? mixture in which particles of the substances cannot be seen are called
ਹੋਮੋਜੀਨੀਅਸ ਮਿਕਸਚਰ ਉਹ ਹੁੰਦੇ ਨੇ ਬੇਟੇ ਜਦੋਂ ਅਸੀਂ ਕੋਈ ਮਿਕਸਚਰ ਬਣਾਉਂਦੇ ਹਾਂ ਤਾਂ ਉਹਦੇ ਪਾਰਟੀਕਲਸ ਜਿਹੜੇ ਹੈਗੇ ਨੇ, ਉਹਦੇ ਪਾਰਟਸ ਜਿਹੜੇ ਹੈਗੇ ਨੇ ਦਿਖਾਈ ਨਾ ਦੇਣ। ਫੋਰ ਐਗਜ਼ਾਮਪਲ ਸ਼ੂਗਰ ਇਨ ਵਾਟਰ, ਜਦੋਂ ਅਸੀਂ ਚੀਨੀ ਨੂੰ ਪਾਣੀ ਦੇ ਵਿੱਚ ਘੋਲ ਦਿੰਦੇ ਹਾਂ ਦੈਨ ਵੀ ਕੈਨੋਟ ਸੀ ਦਾ ਸ਼ੂਗਰ ਇਨ ਦਾ ਵਾਟਰ, ਸਾਨੂੰ ਜਿਹੜੀ ਹੈਗੀ ਆ ਚੀਨੀ ਪਾਣੀ ਦੇ ਵਿੱਚ ਦਿਖਾਈ ਨਹੀਂ ਦਿੰਦੀ, ਤਾਂ ਇਹ ਕਿਹੜਾ ਮਿਕਸਚਰ ਹੋ ਗਿਆ? ਹੋਮੋਜੀਨੀਅਸ ਮਿਕਸਚਰ ਹੋ ਗਿਆ। ਸਾਲਟ ਐਂਡ ਵਾਟਰ ਇਜ਼ ਆਲਸੋ ਐਗਜ਼ਾਮਪਲ ਆਫ ਹੋਮੋਜੀਨੀਅਸ ਮਿਕਸਚਰ। Next question is describe sedimentation and decantation. What kind of mixtures can be separated by decantation? Sedimentation ਕੀ ਹੈ? The process in which heavy insoluble particles settle down at the bottom in water is called as sedimentation, as you can see in the diagram. ਸੈਡੀਮੈਂਟੇਸ਼ਨ ਉਹ ਪ੍ਰੋਸੈਸ ਹੈ ਬੇਟੇ ਜਿਸ ਦੇ ਵਿੱਚ ਜਿਹੜੇ ਹੈਵੀ ਇਨਸੋਲੇਬਲ ਪਾਰਟੀਕਲਸ, ਜਿਹੜੇ ਪਾਰਟੀਕਲ ਮਿਕਸ ਨਹੀਂ ਹੋਏ ਹੁੰਦੇ, ਇਨਸੋਲੇਬਲ ਪਾਰਟੀਕਲ ਸੈਟ ਹੋ ਜਾਣ ਨੀਚੇ। ਜੀ ਫੋਰ ਐਗਜ਼ਾਮਪਲ ਅਸੀਂ ਸੈਂਡ ਪਾਣੀ ਦੇ ਵਿੱਚ ਮਿਕਸ ਕਰਦੇ ਹਾਂ ਤਾਂ ਸਾਰਾ ਸੈਂਡ, ਜਿਹੜੇ ਸੈਂਡ ਦੇ ਪਾਰਟੀਕਲਸ ਨੇ ਉਹ ਨੀਚੇ ਸੈੱਟ ਹੋ ਜਾਂਦੇ ਨੇ ਕੁਛ ਸਮੇਂ ਬਾਅਦ। ਤਾਂ ਸੋ ਦਿਸ ਪ੍ਰੋਸੈਸ ਇਜ਼ ਕਾਲਡ ਐਜ਼ ਸੈਡੀਮੈਂਟੇਸ਼ਨ। ਡੀਕੈਂਟੇਸ਼ਨ ਕੀ ਹੁੰਦਾ ਹੈ? ਆਫਟਰ ਸੈਡੀਮੈਂਟੇਸ਼ਨ ਵੀ ਸੈਪਰੇਟ ਦਾ ਕਲੀਨ ਲਿਕੁਇਡ ਅਬਵ ਵਿਦਾਊਟ ਡਿਸਟਰਬਿੰਗ ਦਾ ਸੈਟਲਡ ਸੈਡੀਮੈਂਟਸ। ਸੈਡੀਮੈਂਟੇਸ਼ਨ ਤੋਂ ਬਾਅਦ ਅਸੀਂ ਕਲੀਨ ਲਿਕੁਇਡ, ਜਿਹੜਾ ਉੱਪਰ ਕਲੀਅਰ ਲਿਕੁਇਡ ਬਚ ਜਾਂਦਾ ਸੈਡੀਮੈਂਟੇਸ਼ਨ ਹੋਣ ਤੋਂ ਬਾਅਦ, ਸੈਡੀਮੈਂਟ ਜਿਹੜੇ ਹੁੰਦੇ ਨੇ ਨੀਚੇ ਜਿਹੜੇ ਪਾਰਟੀਕਲ ਨੀਚੇ ਜਿਹੜਾ ਸੈਂਡ ਸੈੱਟ ਹੋ ਗਿਆ ਉਹ ਦੈਟ ਇਜ਼ ਕਾਲਡ ਸੈਡੀਮੈਂਟ। ਉਹਨਾਂ ਨੂੰ ਹਿਲਾਏ ਬਿਨਾਂ ਜਿਹੜਾ ਕਲੀਅਰ ਲਿਕੁਇਡ ਉੱਪਰ ਵਾਲਾ ਸੁਪਰਨੇਟੈਂਟ ਲਿਕੁਇਡ ਕਹਿੰਦੇ ਨੇ ਇਸ ਨੂੰ ਅਸੀਂ ਸੈਪਰੇਟ ਕਰ ਲੈਂਦੇ ਐਜ਼ ਯੂ ਕੈਨ ਸੀ ਇਨ ਦਾ ਡਾਇਗਰਾਮ। ਸੈਂਡ ਨੂੰ ਹਿਲਾਏ ਬਿਨਾਂ ਅਸੀਂ ਪਾਣੀ, ਜਿਹੜਾ ਸਾਫ਼ ਪਾਣੀ ਕਲੀਅਰ ਲਿਕੁਇਡ ਹੈ, ਕਲੀਅਰ ਵਾਟਰ ਹੈ, ਉਸਨੂੰ ਅਲੱਗ ਕਰ ਲਿਆ ਐਜ਼ ਯੂ ਸੀ ਦਾ ਡਾਇਗਰਾਮ। ਤਾਂ ਦਿਸ ਪ੍ਰੋਸੈਸ ਇਜ਼ ਕਾਲਡ decantation. What is meant by a pair of miscible liquids? Next question. Miscible liquids ਕੀ ਹੁੰਦੇ ਨੇ ਬੇਟੇ? ਇੱਕ ਐਗਜ਼ਾਮਪਲ ਦੇਣੀ ਆ। A liquid that can mix in water completely is called miscible with water. ਉਹ ਲਿਕੁਇਡ ਜਿਹੜਾ ਪਾਣੀ ਦੇ ਵਿੱਚ ਪੂਰੀ ਤਰ੍ਹਾਂ ਮਿਕਸ ਹੋ ਜੇ ਉਸਨੂੰ ਮਿਜ਼ੀਬਲ ਲਿਕੁਇਡ ਕਿਹਾ ਜਾਂਦਾ। ਫੋਰ ਐਗਜ਼ਾਮਪਲ ਐਲਕੋਹਲ ਇਜ਼ ਮਿਜ਼ੀਬਲ ਵਿਦ ਵਾਟਰ। ਜਿਹੜਾ ਅਲਕੋਹਲ ਹੈ ਉਹ ਪਾਣੀ ਦੇ ਵਿੱਚ ਪੂਰੀ ਤਰ੍ਹਾਂ ਮਿਕਸ ਹੋ ਜਾਂਦਾ ਹੈ। ਸੋ ਅਲਕੋਹਲ ਮਿਜ਼ੀਬਲ ਲਿਕੁਇਡ ਹੈ। ਨੈਕਸਟ ਕੁਐਸਚਨ ਇਜ਼ ਡਰਾ ਅ ਫਲੋ ਸ਼ੀਟ diagram describing separation of the constituents of a mixture containing sand and common salt. See the flow diagram, flow sheet we have drawn. First bit we mix sand and common salt. ਸੈਂਡ ਪਾਰਟੀਕਲਸ ਜਦੋਂ ਇਹਨਾਂ ਦੋਨਾਂ ਨੂੰ, ਕੋਮਨ ਸਾਲਟ ਔਰ ਸੈਂਡ ਨੂੰ ਅਸੀਂ ਪਾਣੀ ਦੇ ਵਿੱਚ ਮਿਕਸ ਕਰ ਦਾਂਗੇ ਤਾਂ ਸੈਂਡ ਪਾਰਟੀਕਲਸ ਸੈੱਟ ਹੋ ਜਾਣਗੇ ਕੁਝ ਸਮੇਂ ਬਾਅਦ ਪਾਣੀ ਦੇ ਵਿੱਚ, ਔਰ ਜਿਹੜਾ ਕਲੀਅਰ ਸੁਪਰਨੇਟੈਂਟ ਲਿਕੁਇਡ ਆ ਉੱਪਰ ਅਸੀਂ ਉਸਨੂੰ ਅਲੱਗ ਕਰ ਲਾਂਗੇ। ਅਤੇ ਸੈਂਡ ਜਿਹੜਾ ਹੈ ਪਾਣੀ ਦੇ ਵਿੱਚ ਉਸ ਨੂੰ ਅਸੀਂ ਫਿਲਟਰ ਪੇਪਰ ਦੀ ਹੈਲਪ ਦੇ ਨਾਲ ਸੈਂਡ ਨੂੰ ਸੈਪਰੇਟ ਕਰ ਲਾਂਗੇ। ਸੈਂਡ will remain in the filter paper as residue. ਸੈਂਡ ਫਿਲਟਰ ਪੇਪਰ ਦੇ ਵਿੱਚ ਰਹਿ ਜਾਏਗਾ ਔਰ ਉਸਨੂੰ ਅਸੀਂ ਇਵੈਪੋਰੇਟ ਕਰਕੇ ਡਰਾਈ ਕਰ ਲਾਂਗੇ। ਔਰ ਜਿਹੜਾ ਸਾਲਟੀ ਵਾਟਰ ਸਾਨੂੰ ਮਿਲਿਆ ਉਸਨੂੰ ਅਸੀਂ ਇਵੈਪੋਰੇਟ ਕਰ ਲਾਂਗੇ, ਹੀਟ ਕਰ ਦਾਂਗੇ ਉਸਨੂੰ। ਇਟ ਵਿਲ be also dry after some time when we heat it.
ਤਾਂ ਸਾਨੂੰ ਇਵੈਪੋਰੇਟ ਹੋਣ ਤੋਂ ਬਾਅਦ, ਵਾਟਰ ਇਵੈਪੋਰੇਟ ਹੋਣ ਤੋਂ ਬਾਅਦ ਸਾਨੂੰ ਕੋਮਨ ਸਾਲਟ ਵੀ ਮਿਲ ਜਾਏਗਾ। Now let's learn hot question answers. First question is, a sample of water boils 100 degree 102 degree Celsius। ਬੇਟੇ ਜਿਹੜੀ ਇਹ 2 ਦੇ ਉੱਪਰ ਛੋਟਾ ਜਿਹਾ ਡਾਟ ਹੈ, ਇਸ ਨੂੰ ਡਿਗਰੀ ਬੋਲਦੇ ਨੇ। ਵੈਸੇ ਇਸ ਨੂੰ ਡਾਟ ਨਾਲ ਨਹੀਂ ਲਿਖਿਆ ਜਾਂਦਾ, ਸਮੋਲ 0 ਹੁੰਦੀ ਆ ਬਿਲਕੁਲ, ਇਸ ਨੂੰ ਡਿਗਰੀ ਬੋਲਦੇ ਨੇ। C for Celsius, it is the unit of temperature in which we can measure the temperature unit. A sample of water boils 102 degrees Celsius and has a salty taste. What do you conclude from this? ਤਾਂ ਬੇਟੇ ਪਾਣੀ ਨੂੰ 102 ਡਿਗਰੀ 'ਤੇ ਗਰਮ ਕੀਤਾ ਜਾਂਦਾ ਹੈ, ਬੋਇਲ ਕੀਤਾ ਜਾਂਦਾ ਹੈ। ਉਸ ਦਾ ਸਾਲਟ ਜਿਹੜਾ ਟੇਸਟ ਆ ਉਹ ਸਾਲਟੀ ਨਮਕੀਨ ਹੈ। ਇਸ ਤੋਂ ਤੁਸੀਂ ਕੀ ਸਮਝਦੇ ਹੋ? ਆਨਸਰ ਇਜ਼ ਸੈਂਪਲ ਕੰਟੇਨਸ ਸਮ ਇੰਪਿਓਰਿਟੀਜ਼। ਸੈਂਪਲ ਦੇ ਵਿੱਚ ਜਿਹੜਾ ਹੈਗਾ ਕੁਛ ਇੰਪਿਓਰਿਟੀਜ਼ ਹੋ ਸਕਦੀਆਂ ਨੇ, ਮਿਲਾਵਟਾਂ ਹੋ ਸਕਦੀਆਂ ਨੇ, ਬਿਕੋਜ਼ ਕਿਉਂਕਿ ਇਟਸ ਬੋਇਲਿੰਗ ਪੁਆਇੰਟ ਇਜ਼ 102 ਡਿਗਰੀ ਸੈਲਸੀਅਸ। ਕਿਉਂਕਿ ਇਹਦਾ ਜਿਹੜਾ ਬੋਇਲਿੰਗ ਪੁਆਇੰਟ ਹੈ ਉਹ 102 ਡਿਗਰੀ ਸੈਲਸੀਅਸ ਹੈ, 100 ਡਿਗਰੀ ਸੈਲਸੀਅਸ ਨਹੀਂ ਹੈਗਾ ਜਿਹੜਾ ਕਿ ਪਿਓਰ ਵਾਟਰ ਦਾ ਹੁੰਦਾ। ਪਿਓਰ ਵਾਟਰ ਦਾ ਜਿਹੜਾ ਬੋਇਲਿੰਗ ਪੁਆਇੰਟ ਹੁੰਦਾ ਉਹ 100 ਡਿਗਰੀ ਸੈਲਸੀਅਸ ਹੁੰਦਾ ਹੈ। ਸੋ ਇਟ ਇਜ਼ ਸਾਲਟੀ ਵਾਟਰ, ਤਾਂ ਇਸ ਕਰਕੇ ਉਹ ਸਾਲਟੀ ਨਮਕੀਨ ਹੋ ਸਕਦਾ ਹੈ। ਸੈਕਿੰਡ ਕੁਐਸਚਨ, you are given sample of a white powdery substance, it may be the common salt or chalk powder। ਤੁਹਾਨੂੰ ਇੱਕ ਸੈਂਪਲ ਦਿੱਤਾ ਗਿਆ ਜਿਹੜਾ ਕਿ ਕੋਮਨ ਸਾਲਟ ਵੀ ਹੋ ਸਕਦਾ ਹੈ, ਨਮਕ ਵੀ ਹੋ ਸਕਦਾ ਹੈ, ਔਰ ਚਾਕ ਪਾਊਡਰ ਵੀ ਹੋ ਸਕਦਾ। ਉਸ ਨੂੰ ਬਿਨਾਂ ਟੇਸਟ ਕੀਤੇ ਹੋਏ ਅਸੀਂ ਦੱਸਣਾ ਵੀ ਇਹਨਾਂ ਵਿੱਚੋਂ ਕਿਹੜਾ ਨਮਕ ਹੈ ਔਰ ਕਿਹੜੀ ਚੀਜ਼ ਪਾਊਡਰ, ਚਾਕ ਪਾਊਡਰ ਹੈ। ਆਨਸਰ ਇਜ਼, ਜਿਹੜਾ ਬੇਟੇ ਕੋਮਨ ਸਾਲਟ ਹੋਏਗਾ ਉਹ ਕਲੀਅਰ ਹੋਏਗਾ ਅਤੇ ਵਾਈਟ ਹੋਏਗਾ ਉਹਦਾ ਕਲਰ। ਇਟ ਇਜ਼ ਕਲੀਅਰ ਐਂਡ ਵਾਈਟ। ਸੈਕਿੰਡ ਪੁਆਇੰਟ, ਇਟ ਇਜ਼ ਸੋਲੇਬਲ ਇਨ ਵਾਟਰ। ਜਿਹੜਾ ਸਾਲਟ ਹੈ ਉਹ ਪਾਣੀ ਦੇ ਵਿੱਚ ਮਿਕਸ ਹੋ ਜਾਏਗਾ, ਸੋਲੇਬਲ ਹੋਏਗਾ, ਵਾਟਰ ਦੇ ਵਿੱਚ ਮਿਕਸ ਹੋ ਜਾਏਗਾ। ਚਾਕ ਪਾਊਡਰ, ਇਟ ਇਜ਼ ਕ੍ਰੀਮਿਸ਼ ਵਾਈਟ। ਇਹਦਾ ਕਲਰ ਕਰੀਮ ਹੋਏਗਾ, ਕਰੀਮ ਵਾਈਟ ਹੋਏਗਾ, ਔਰ ਇਟ ਕੈਨੋਟ ਮਿਕਸ ਇਨ ਵਾਟਰ, ਇਟ ਇਜ਼ ਇਨਸੋਲੇਬਲ ਇਨ ਵਾਟਰ। ਇਹ ਪਾਣੀ ਦੇ ਵਿੱਚ ਮਿਕਸ ਨਹੀਂ ਹੋਏਗਾ। ਸੋ ਇਨ ਦਿਸ ਵੇ ਵੀ ਕੈਨ ਆਈਡੈਂਟੀਫਾਈ ਕੋਮਨ ਸਾਲਟ ਔਰ ਚਾਕ ਪਾਊਡਰ ਵਿਦਾਊਟ ਟੇਸਟਿੰਗ ਇਟ। ਨੈਕਸਟ ਕੁਐਸਚਨ ਇਜ਼, ਡਿਊਰਿੰਗ ਦ ਪਿਊਰੀਫਿਕੇਸ਼ਨ ਆਫ ਵਾਟਰ ਫॉर ਸਿਟੀ ਸਪਲਾਈ, the raw water from the river lake is allowed to stand undisturbed in the large tanks. What happens here? ਜਦੋਂ ਬੇਟੇ ਪਾਣੀ ਨੂੰ ਸਾਫ਼ ਕੀਤਾ ਜਾਂਦਾ ਹੈ ਵੱਡੇ ਵੱਡੇ ਟੈਂਕਸ ਦੇ ਵਿੱਚ, ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਜਿਹੜੀਆਂ ਵੱਡੀਆਂ ਵੱਡੀਆਂ ਟੈਂਕੀਆਂ ਹੁੰਦੀਆਂ ਨੇ, ਤੁਹਾਡੇ ਪਿੰਡਾਂ 'ਚ ਵੀ ਹੁੰਦੀਆਂ ਨੇ, ਤਾਂ ਉਹ ਪਾਣੀ ਨੂੰ ਕੁਛ ਟਾਈਮ ਦੇ ਲਈ ਸਟੈਂਡ ਕਰ ਦਿੱਤਾ ਜਾਂਦਾ ਹੈ। ਉਹ ਕਿਉਂ ਕੀਤਾ ਜਾਂਦਾ ਹੈ ਅਤੇ ਕੀ ਹੁੰਦਾ ਹੈ, ਕੀ ਵਾਪਰਦਾ ਹੈ ਜਦੋਂ ਅਸੀਂ ਪਾਣੀ ਨੂੰ ਕੁਝ ਟਾਈਮ ਦੇ ਲਈ ਸਟੈਂਡ ਕਰ ਦਈਏ? ਮੀਨਸ ਉਹਨੂੰ ਬਿਲਕੁਲ ਵੀ ਹਿਲਾਈਏ ਨਾ, ਅਸੀਂ ਉਸਨੂੰ ਪਿਆ ਰਹਿਣ ਦਈਏ। ਤਾਂ ਇਸ ਨਾਲ ਕੀ ਹੁੰਦਾ? ਆਨਸਰ ਕੀ ਹੈ ਬੇਟੇ? ਦਿਸ ਇਜ਼ ਬਿਕੋਜ਼, ਕਿਉਂ ਕੀਤਾ ਜਾਂਦਾ ਇਹ? ਦਿਸ ਇਜ਼ ਬਿਕੋਜ਼ ਆਲ ਦਾ ਇੰਪਿਓਰਿਟੀਜ਼ ਇਨ ਵਾਟਰ ਵਿਲ ਸੈਟਲ ਡਾਊਨ ਐਟ ਦਾ ਬਾਟਮ ਆਫ ਟੈਂਕ ਡਿਊ ਟੂ ਗ੍ਰੈਵਿਟੀ। ਜਿਹੜੀਆਂ ਸਾਰੀਆਂ ਉਸ ਪਾਣੀ ਦੇ ਵਿੱਚ ਮਿਲਾਵਟਾਂ ਹੁੰਦੀਆਂ ਨੇ, ਇੰਪਿਓਰਿਟੀਜ਼ ਹੁੰਦੀਆਂ ਨੇ, ਫੋਰ ਐਗਜ਼ਾਮਪਲ ਸੈਂਡ ਹੋ ਸਕਦਾ ਹੈ, ਛੋਟੇ ਛੋਟੇ ਕੰਕਰ ਹੋ ਸਕਦੇ ਨੇ, ਸਟੋਨ ਹੋ ਸਕਦੇ ਨੇ, ਤਾਂ ਉਹ ਸਾਰਾ ਸੈਂਡ ਜਿਹੜਾ ਹੈਗਾ, ਇੰਪਿਓਰਿਟੀਜ਼ ਹੈਗੀਆਂ ਨੇ ਪਾਣੀ ਦੇ ਵਿੱਚ, ਉਹ ਸਾਰੀਆਂ ਨੀਚੇ ਸੈੱਟ ਹੋ ਜਾਂਦੀਆਂ ਨੇ, ਨੀਚੇ ਬੈਠ ਜਾਂਦੀਆਂ ਨੇ ਡਿਊ ਟੂ ਗ੍ਰੈਵਿਟੀ। ਗ੍ਰੈਵਿਟੀ ਕੀ ਹੁੰਦੀ ਆ? ਲਾਈਕ ਅਰਥ
अर्थ पुल्स ऑल द थिंग्स टूवर्ड्स इटसेल्फ। ਤਾਂ ਬੇਟੇ ਗ੍ਰੈਵਿਟੀ ਜਿਹੜੀ ਫੋਰ ਐਗਜ਼ਾਮਪਲ ਜਿਹੜੀ ਹੈਗੀ ਆਪਾਂ ਕੋਈ ਵੀ ਚੀਜ਼ ਉੱਪਰ ਸੁੱਟਦੇ ਹਾਂ ਤਾਂ ਅਰਥ ਦੇ ਵਿੱਚ ਇੱਕ ਸ਼ਕਤੀ ਹੈ ਜਿਹੜੀ ਕਿ ਸਾਰੀਆਂ ਚੀਜ਼ਾਂ ਨੂੰ ਆਪਣੇ ਵੱਲ ਖਿੱਚਦੀ ਹੈ, ਦੈਟ ਇਜ਼ ਕਾਲਡ ਗ੍ਰੈਵਿਟੀ, ਜਿਸ ਨੂੰ ਅਸੀਂ ਗ੍ਰੈਵਿਟੀ ਕਹਿੰਦੇ ਹਾਂ। ਤਾਂ ਗ੍ਰੈਵਿਟੀ ਦੇ ਨਾਲ ਸਾਰੀਆਂ ਇੰਪਿਓਰਿਟੀਜ਼ ਜਿਹੜੀਆਂ ਹੈਗੀਆਂ ਨੇ ਕੁਝ ਟਾਈਮ ਬਾਅਦ ਨੀਚੇ ਸੈੱਟ ਹੋ ਜਾਣਗੀਆਂ। ਦਿਸ ਇਜ਼ ਕਾਲਡ ਐਜ਼ ਸੈਡੀਮੈਂਟੇਸ਼ਨ, ਜਿਸ ਨੂੰ ਅਸੀਂ ਸੈਡੀਮੈਂਟੇਸ਼ਨ ਪ੍ਰੋਸੈਸ ਕਹਿੰਦੇ ਹਾਂ। we have already discussed in this chapter. it will be help to clean water, ਇਹ ਪਾਣੀ ਨੂੰ ਸਾਫ਼ ਕਰਨ ਦੇ ਲਈ ਹੈਲਪ ਕਰਦਾ ਹੈ। so today we have learned defines, short question answer, long question answers. so learn this chapter number 5, separation of mixture. listen the video carefully.